वाहिगुरू जी का खालसा वाहिगुरू जी की फतेह। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰਾਂ ਭੈਣਾਂ ਸਭ ਨੂੰ ਜੀ ਆਇਆਂ ਵਾਲਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਵਾਰ ਮਾਝ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ ਕੁਝ ਹਫ਼ਤਿਆਂ ਤੋਂ ਕਰ ਰਹੇ ਹਾਂ। ਅੱਜ ਪੌੜੀ ਨੰਬਰ 14 ਦੀ ਵਿਚਾਰ ਤੇ ਉਸ ਦੇ ਨਾਲ ਜਿਹੜੇ ਦੋ ਸ਼ਲੋਕ ਹਨ ਉਹਨਾਂ ਦੇ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ। ਤਾਂ ਆਓ ਪਹਿਲਾ ਜੋ ਸ਼ਲੋਕ ਹੈ ਉਸ ਦਾ ਪਾਠ ਕਰ ਲਿਆ। ਸ਼ਲੋਕ ਪਹਿਲਾ ਸਿੰਘਾਂ ਬਾਜਾਂ ਚਰਗਾਂ ਕੁਈਆਂ ਇਹਨਾਂ ਖਵਾਲੇ ਕਹਾ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ ਈੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ ਜੇਤੇ ਜੀ ਜੀਵੇਂ ਲੈ ਸਾਹਾ ਜੀਵਾਲੇ ਤਾਂ ਕੇ ਸਾ ਨਾਨਕ ਜਿਉਂ ਜਿਉਂ ਸੱਚੇ ਭਾਵੈ ਤਿਉਂ ਤਿਉਂ ਦੇ ਗਿਰਾ। ਇਸ ਸ਼ਲੋਕ ਦੇ ਪਾਠ ਵਿੱਚ ਕੁਝ ਇੱਕ ਚੀਜ਼ਾਂ ਨੋਟ ਕਰਨ ਵਾਲੀਆਂ ਹਨ। ਇੱਕ ਤਾਂ ਜਿੰਨੇ ਵੀ ਇਹ ਲਫ਼ਜ਼ ਆਏ ਹਨ ਸ਼ੀਹਾਂ ਬਾਜਾਂ ਚਰਗਾਂ ਕੁਈਆਂ ਇਹ ਸਾਰੇ ਬਹੁਵਚਨ ਨਾਉਨ ਹਨ। ਇਹ ਸਾਰਿਆਂ ਦੇ ਪਿੱਛੇ ਜੋ ਕੰਨੇ ਹਨ ਉਹਨਾਂ ਦੇ ਉੱਤੇ ਬਿੰਦੀ ਲਗਾ ਕੇ ਨਾਸਕੀ ਉਚਾਰਨ ਹੋਏਗਾ। ਸ਼ੀਹਾਂ ਬਾਜਾਂ ਚਰਗਾਂ ਕੁਈਆਂ ਇਹਨਾਂ ਤੋਂ ਅੱਗੇ ਜਿਹੜਾ ਆਇਆ ਹੈ ਸੰਬੰਧਕ ਜਾਂ ਜੋ ਵੀ ਇਹਨਾਂ ਖਵਾਲੇ ਕਾ ਇਹ ਵੀ ਬਹੁਵਚਨ ਦਾ ਸੰਬੰਧਕ ਹੈ। फिर अगे तीसरी पंक्ति जो नदियां विच टिब्बे दे खाले तो नदियां भी बहुवचन है। थली करे असगा थली दे लल्ले दी बिहारी दे नाल बिंदी लगेगी जो भी बहुत सारे थलों की गल हो रही है। फिर जेडे लफज हैं शीहा पातशाही लश्कर इन्हां सब दे भी सस्से दे नाल थल्ले पैर बिंदी लगा के शशे का उच्चारण होएगा। जिहड़ी ये पंक्ति है लास्ट बट वन जेते जी जीवें लै साहा जीवाले ਤਾਂ ਇੱਥੇ ਪਾਠ ਆਪ ਜੀ ਨੂੰ ਨਜ਼ਰ ਆ ਰਿਹਾ ਹੈ ਕਿ ਅਸਾ ਇਹ ਅਸਲ ਵਿੱਚ ਗਲਤ ਪਦਛੇਦ ਹੈ। ਇਹਦਾ ਭਾਵ ਅਰਥ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਜੋ ਪਦਛੇਦ ਹੋਣਾ ਚਾਹੀਦਾ ਹੈ ਉਹ ਕੱਕੇ ਨੂੰ ਸਿਆਰੀ ਤੇ ਐੜਾ ਕਿ ਇੱਕ ਲਫ਼ਜ਼ ਹੋਏਗਾ ਤੇ ਸਾ ਵੱਖਰਾ ਦੂਜਾ ਲਫ਼ਜ਼ ਹੋਏਗਾ। मैं चरणजीत सिंह ਨੂੰ ਰਿਕੁਐਸਟ ਕਰਾਂਗਾ ਕਿ ਇਹਦਾ ਪਦਛੇਦ ਇਹਨੂੰ ਇਸ ਤਰ੍ਹਾਂ ਚੇਂਜ ਕਰ ਦੇਣ। ਹਾਂਜੀ ਇਸ ਤਰੀਕੇ ਦੇ ਨਾਲ ਇਹਦਾ ਪਾਠ ਕਰਨਾ ਚਾਹੀਦਾ ਹੈ। ਜੇਤੇ ਜੀ ਜੀਵੇਂ ਲੈ ਸਾਹ ਜੀਵਾਲੇ ਤਾਂ ਕੇ ਸਾਹ। ਸੋ ਆਓ ਹੁਣ ਇਸ ਸ਼ਬਦ ਦੇ ਅਰਥਾਂ ਦੀ ਵਿਚਾਰ ਕਰਦੇ ਹਾਂ। ਸ਼ੀਹਾਂ ਸ਼ੀ ਕਹਿੰਦੇ ਹਨ ਸ਼ੇਰ ਨੂੰ। ਬਾਜ ਜਿਹੜਾ ਇੱਕ ਪੰਛੀ ਹੈ। ਚਰਗਾ ਤੇ ਕੁਈਆਂ ਇਹ ਦੋਨੋਂ ਵੀ ਪੰਛੀਆਂ ਦੇ ਨਾਮ ਹਨ ਔਰ ਇਹ ਪੰਛੀ ਵੀ ਸ਼ਿਕਾਰੀ ਪੰਛੀ ਹਨ ਜਿਸ ਤਰ੍ਹਾਂ ਦਾ ਬਾਜ ਵੀ ਸ਼ਿਕਾਰੀ ਪੰਛੀ ਹੈ। तो इन्हां सारे जानवरों और पंछियों की गल करके गुरु साहब कहते हैं कि इन्हां खवाले कहा वो परमात्मा जे चाहे तो इन्हों घाह खान वाले भाव शाकाहारी बना सकता है। इन्हों की खुराक का जो ये सुभाव है ये सारे चारों जड़े जीव हैं शेर बाज चरग ते कुहियां ये सारे ही मांसाहारी हैं। ये शिकार करके दूजे छोटे जानवरों ते पंछियों का शिकार करके उन्हों का मांस खा के गुजारा करते हैं। पर गुरु साहब कहते हैं कि जे प्रभु की रजा होवे जे वो चाहे तो इन्हां मांसहारियों नूं वो घाह खवा सकता है भाव शाकाहारी बना सकता है। ਉਹਦੇ वास्ते कोई वड्डी गल नहीं है। अगली पंक्ति च कहते हैं कि घाह खान तिन्हां मांस खवाले ये चलाए राह। ਜਿਹੜੇ ਘਾਹ ਖਾਣ ਵਾਲੇ ਹਨ ਭਾਵ ਸ਼ਾਕਾਹਾਰੀ ਹਨ ਉਹਨਾਂ ਜੀਵਾਂ ਨੂੰ ਪ੍ਰਮਾਤਮਾ ਚਾਹੇ ਤਾਂ ਮਾਸਾਹਾਰੀ ਬਣਾ ਸਕਦਾ ਹੈ ਉਹਨਾਂ ਨੂੰ ਮਾंस ਖਵਾ ਸਕਦਾ ਹੈ ਉਹ ਮਾਸਾਹਾਰੀ ਬਣ ਸਕਦੇ ਹਨ। ਆਪ ਉਹਨਾਂ ਦੀ ਖੁਰਾਕ ਵੀ ਪ੍ਰਮਾਤਮਾ ਚਾਹੇ ਤਾਂ ਬਦਲ ਕੇ ਖਾਣ ਵਾਲਿਆਂ ਨੂੰ ਮਾਸਾਹਾਰੀ ਬਣਾ ਸਕਦਾ ਹੈ। ਇਹ ਚਲਾਏ ਰਾਹ ਕਿ ਭਈ ਉਹ ਇਹੋ ਜਿਹੇ ਰਾਹ ਤੇ ਤੁਰ ਪੈਣ ਭਾਵ ਉਹਨਾਂ ਦੀ ਜੋ ਆਦਤ ਹੈ ਜੋ ਸੁਭਾਅ ਹੈ ਉਹ ਹੀ ਇਸ ਤਰ੍ਹਾਂ ਚੇਂਜ ਹੋ ਜਾਵੇ ਕਿ ਹੁਣ ਉਹ ਜਿਹੜੇ ਪਹਿਲਾਂ ਘਾਹ ਖਾਂਦੇ ਰਹੇ ਨੇ ਸ਼ਾਕਾਹਾਰੀ
ਭੋਜਨ ਖਾਂਦੇ ਰਹੇ ਨੇ, ਉਹ ਹੁਣ ਮਾਸਾਹਾਰੀ ਬਣ ਜਾਣ। ਤੋ ਇੱਥੇ ਗੁਰੂ ਸਾਹਿਬ ਨੇ ਕੋਈ ਸ਼ਾਕਾਹਾਰੀਆਂ ਨੂੰ ਜਾਂ ਮਾਸਾਹਾਰੀਆਂ ਨੂੰ ਇੱਕ ਨੂੰ ਚੰਗਾ ਇੱਕ ਨੂੰ ਮਾੜਾ ਕੁਛ ਨਹੀਂ ਆਖਿਆ। ਦੋਵਾਂ ਨੂੰ ਬਿਲਕੁਲ ਐਟ ਪਾਰ ਬਰਾਬਰੀ ਦੇ ਤਲ ਦੇ ਉੱਤੇ ਉਹਨਾਂ ਨੇ ਟ੍ਰੀਟ ਕੀਤਾ ਹੈ। ਗੱਲ ਸਿਰਫ ਇਹ ਉਹਨਾਂ ਨੇ ਮੈਂਸ਼ਨ ਕੀਤੀ ਹੈ ਕਿ ਜੋ ਕੁਦਰਤੀ ਸੁਭਾਅ ਕਿਸੇ ਵੀ ਜਾਨਵਰ ਜਾਂ ਪੰਛੀ ਦਾ ਹੈ, ਪਰਮਾਤਮਾ ਦਾ ਹੁਕਮ ਹੋਵੇ, ਉਹਦੀ ਰਜ਼ਾ ਹੋਵੇ ਤਾਂ ਉਹ ਇਹਨਾਂ ਦੇ ਸੁਭਾਅ ਨੂੰ ਪਲਟ ਵੀ ਸਕਦਾ ਹੈ। ਆਪ ਸ਼ਾਕਾਹਾਰੀਆਂ ਨੂੰ ਮਾਸਾਹਾਰੀ ਬਣਾ ਸਕਦਾ ਹੈ, ਮਾਸਾਹਾਰੀਆਂ ਨੂੰ ਸ਼ਾਕਾਹਾਰੀ ਬਣਾ ਸਕਦਾ ਹੈ, ਜੋ ਇਨਸਾਨਾਂ ਦੇ ਵਾਸਤੇ ਬੜੀ ਹੈਰਾਨੀ ਦੀ ਗੱਲ ਹੋਏਗੀ। ਪਰ ਪ੍ਰਭੂ ਦੇ ਹੁਕਮ ਦੇ ਵਿੱਚ ਸਭ ਕੁਝ ਮੁਮਕਿਨ ਹੈ। ਉਹ ਇਨਸਾਨ ਆਪਣੀ ਆਬਜ਼ਰਵੇਸ਼ਨ ਦੇ ਨਾਲ ਜੋ ਕੁਝ ਉਹ ਆਪਣੇ ਆਲੇ ਦੁਆਲੇ ਹੁੰਦਾ ਦੇਖਦੇ ਹਨ, ਉਹਦੇ ਮੁਤਾਬਕ ਹੀ ਉਹ ਆਪਣੇ ਵਿਚਾਰ ਬਣਾ ਲੈਂਦੇ ਹਨ, ਔਰ ਉਹ ਵਿਚਾਰ ਉਹਨਾਂ ਦੇ ਦਿਲਾਂ ਦੇ ਅੰਦਰ ਪੱਕੇ ਬਣ ਜਾਂਦੇ ਹਨ ਤੇ ਉਸ ਤੋਂ ਉਲਟ ਫਿਰ ਕਿਸੇ ਚੀਜ਼ ਨੂੰ ਉਹ ਸਵੀਕਾਰ ਨਹੀਂ ਕਰਦੇ। ਜੇ ਕੋਈ ਉਲਟ ਕੰਮ ਹੁੰਦਾ ਦੇਖਦੇ ਹਨ ਤਾਂ ਉਸ ਨੂੰ ਉਹ ਚਮਤਕਾਰ ਜਾਂ ਆਪਾਦ ਕੋਈ ਇਸ ਤਰ੍ਹਾਂ ਦੀ ਗੱਲ ਸਮਝਦੇ ਹਨ ਕਿ ਇਹ ਤੇ ਅਨਹੋਣੀ ਹੋ ਗਈ ਹੈ। ਪਰ ਗੁਰੂ ਸਾਹਿਬ ਇੱਥੇ ਇਹ ਗੱਲ ਕਰ ਰਹੇ ਹਨ ਕਿ ਜਿਹੜੇ ਸ਼ੁਰੂ 'ਚ ਸ਼ਾਕਾਹਾਰੀ ਸਨ, ਉਹ ਵੀ ਤਾਂ ਪਰਮਾਤਮਾ ਦੇ ਹੁਕਮ ਦੇ ਅਧੀਨ ਹੀ ਸ਼ਾਕਾਹਾਰੀ ਬਣੇ ਹਨ। ਕੋਈ ਉਹਨਾਂ ਨੂੰ ਇਹ ਤਾਂ ਨਹੀਂ ਸੀ ਵੀ ਕਿ ਉਹਨਾਂ ਦੀ ਕੋਈ ਖਾਸ ਆਪਣੀ ਮਨਮਰਜ਼ੀ ਸੀ ਕਿ ਉਹਨਾਂ ਨੇ ਸ਼ਾਕਾਹਾਰੀ ਬਣਨਾ ਹੈ। ਜਿਹੋ ਜਿਹਾ ਸੁਭਾਅ ਪਰਮਾਤਮਾ ਨੇ ਉਹਨਾਂ ਦਾ ਬਣਾਇਆ, ਉਹਦੇ ਮੁਤਾਬਕ ਉਹ ਜੀ ਖੁਰਾਕ ਖਾਣ ਲੱਗ ਪਏ। ਖੁਰਾਕ ਤਾਂ ਦੋਨੋਂ ਤਰ੍ਹਾਂ ਦੀ ਅਵੇਲੇਬਲ ਸੀ, ਘਾਸ ਫੂਸ ਵੀ ਔਰ ਫਲ ਸਬਜ਼ੀਆਂ ਆਦਿ ਪੇੜ ਪੌਦੇ ਜਿਹੜੇ ਸਨ ਉਹ ਵੀ ਅਵੇਲੇਬਲ ਸਨ, ਤੇ ਛੋਟੇ ਮੋਟੇ ਜਾਨਵਰ ਵੀ ਉਹਨਾਂ ਦੇ ਆਲੇ ਦੁਆਲੇ ਜਾਂ ਛੋਟੇ ਪੰਛੀ ਵੀ ਅਵੇਲੇਬਲ ਸਨ। ਔਰ ਨਿਰੇ ਸਾਈਜ਼ ਦੀ ਵੀ ਗੱਲ ਨਹੀਂ ਹੈ, ਕਈ ਛੋਟੇ ਛੋਟੇ ਕੀੜੇ ਮਕੌੜੇ ਵੀ ਹੁੰਦੇ ਹਨ, ਉਹ ਵੀ ਮਾਸਾਹਾਰੀ ਹੁੰਦੇ ਹਨ, ਤੇ ਕਈ ਬਹੁਤ ਵੱਡੇ ਸਾਈਜ਼ ਦੇ ਜਾਨਵਰ ਉਹ ਵੀ ਸ਼ਾਕਾਹਾਰੀ ਹੁੰਦੇ ਹਨ। तो निरे साइज की गल नहीं है कि भी वड्डे साइज वाले ही छोटे साइज वाले नूं खांदे हन। कई बहुत वड्डे आकार वाले जानवर बिल्कुल शाकाहारी हुंदे हन ते कई बिल्कुल छोटे शरीरक आकार वाले कीड़े मकोड़े भी मांसाहारी हुंदे हन। तो ये कुदरत दा खेल परमात्मा की बनाई हुई खेड है, जिसनों जिस राह ते वो तोड़दा है ਉਹਦਾ जीवन पद्धति उस तरह की बन जाती है। तो इन्हां दा आपस विच इस तरीके मुकाबला करके एक नूं चंगा ते एक नूं माड़ा नहीं नियत किया जा सकता। मनुक्खां दे विच जरूर इहो जिहे सुभाਅ वाले लोग हन, खास तौर ते जिहड़े शाकाहारी हुंदे हन, ਉਹ ਬਹੁਤੀ ਵਾਰੀ ਧਾਰਮਿਕ ਪੁਸਤਕਾਂ ਦੇ ਹਵਾਲੇ ਦੇ ਕੇ ਜਾਂ ਪ੍ਰਚਲਿਤ ਰਿਵਾਜਾਂ ਦਾ ਹਵਾਲਾ ਦੇ ਕੇ ਮਾਸਾਹਾਰੀਆਂ ਨੂੰ ਪਾਪੀ ਜਾਂ ਨਿਰਦਈ ਇਨਸਾਨ ਘੋਸ਼ਿਤ ਕਰਨ ਦੀ ਗੱਲ ਕਰਦੇ ਹਨ ਕਿ ਭਈ ਇਹ ਲੋਕ ਤੇ ਗਲਤ ਹਨ ਕਿ ਮਾंस ਖਾਂਦੇ ਹਨ। ਪਰ ਪ੍ਰਭੂ ਦੇ ਨਿਯਮ ਨਿਜ਼ਾਮ ਦੇ ਅੰਦਰ ਜੋ ਉਸਨੇ ਜਿਸ ਤਰੀਕੇ ਦਾ ਨਿਜ਼ਾਮ ਬਣਾਇਆ ਹੈ, ਇਨਸਾਨਾਂ ਦੇ ਅੰਦਰ ਦੋਨੋਂ ਤਰ੍ਹਾਂ ਦੇ ਲੋਕ मौजूद हैं। हाँ, ये गल पक्की है कि 100% कोई भी मांसाहारी होना मुश्किल है तो 100% शाकाहारी होना भी मुश्किल है। भावें कोई बड़ी कोशिश करके अपने वालों 100% शाकाहारी भोजन ही खाना चाहे, पर जिवें गुरबाणी च भी जिक्र आंदा है कि ਜਿਹੜੇ ਪਾਣੀ ਨੂੰ ਅਸੀਂ ਪੀਂਦੇ ਹਾਂ ਉਸ ਪਾਣੀ ਵਿੱਚ ਵੀ ਅਨੇਕਾਂ ਜੀਵ ਹਨ। ਇਹ ਠੀਕ ਹੈ ਕਿ ਭਈ ਉਹ ਜੀਵ ਸਾਡੀ ਅੱਖਾਂ 'ਚ ਨਜ਼ਰ ਨਹੀਂ ਆਉਂਦੇ, ਸਾਨੂੰ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ, ਪਰ ਜੇ ਜੀਵ ਦੀ ਗੱਲ ਕਰੀਏ ਤਾਂ ਜੀਵ ਤਾਂ ਉਹਦੇ 'ਚ ਮੌਜੂਦ ਹਨ। ਸਾਹ ਲੈਂਦੇ ਹਾਂ, ਉਹ ਸਾਹ ਦੇ ਨਾਲ ਵੀ ਸਾਡੇ ਅੰਦਰ ਕਈ ਜੀਵ ਅੰਦਰ ਚਲੇ ਜਾਂਦੇ ਹਨ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ, ਪਰ ਜੀਵਨ ਉਹਨਾਂ 'ਚ ਹੁੰਦਾ ਹੈ। ਉਹ ਬਿਲਕੁਲ ਸਟ੍ਰਿਕਟਲੀ ਡੈਫੀਨੇਸ਼ਨ ਅਗਰ ਜੇ ਕੀਤੀ ਜਾਵੇ ਤੇ 100% ਕੋਈ ਵੀ ਸ਼ਾਕਾਹਾਰੀ ਨਹੀਂ ਹੋ ਸਕਦਾ, 100% ਕੋਈ ਵੀ ਮਾਸਾਹਾਰੀ नहीं हो सकता। तो इस बहस विच पैण नालों जिस तरह के गुरु नानक पातशाह ये मल्हार की वार दे विच कहते हैं कि मास मास कर मूर्ख झगड़े, तो इस बहस दे विच पैना ही नहीं चाहिए कि मास खाण वाले या शाकाहारी इन्हां विच किहड़ा बेहतर है। जिस तरीके की जीवन शैली प्रभु दे वल्लों किसी नूं प्राप्त हुंदी है, जिस तरह की खुराक का हिसाब उसका बन जाता है, जिस माहौल दे विच कोई बंदा वड्डा हुंदा है, ਜਿਹੋ ਜਿਹੇ ਮਾਹੌਲ ਦੇ ਵਿੱਚ ਉਸ ਨੂੰ ਜਿਸ ਤਰ੍ਹਾਂ ਦੀ ਸਿੱਖਿਆ ਮਿਲਦੀ ਹੈ ਉਹਦੇ ਸੁਭਾਅ ਉਸ ਤਰ੍ਹਾਂ ਦੇ ਪੱਕ ਜਾਂਦੇ ਹਨ। तो दोनों तरह के जीव इंसानों के विच भी मौजूद हैं।
मांस खान वाले भी और मांस ना खान वाले भी। तो कुदरत के अंदर जीव जंतु ਜਿਹੜੇ ਹਨ ਪਸ਼ੂ और पंछी ਉਹਨਾਂ ਦੇ ਵਿੱਚ ਵੀ ਇਸ ਤਰੀਕੇ ਦੀ ਵੰਡ ਹੈ। और खास तौर पे ਜਿਹੜੇ शिकारी जानवर और पंछी ਹਨ ਇਹ प्रिडोमिनेंटली मांसाहारी ਹਨ, ਜਿਨ੍ਹਾਂ ਦਾ ਜ਼ਿਕਰ ਪਹਿਲੀ ਪੰਕਤੀ ਗੁਰੂ ਸਾਹਿਬ ਨੇ ਕੀਤਾ ਹੈ। ਤੇ ਇਨ ਜਨਰਲ ਦੂਜੀ ਪੰਕਤੀ 'ਚ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੇ ਘਾਹ ਖਾਣ ਵਾਲੇ ਹਨ ਪੰਛੀ ਜਾਂ ਪਸ਼ੂ, ਜੇ ਪ੍ਰਭੂ ਦੀ ਰਜ਼ਾ ਹੋਵੇ ਤੇ ਉਹਨਾਂ ਨੂੰ ਵੀ ਉਹ ਮਾਸਾਹਾਰੀ ਬਣਾ ਸਕਦਾ ਹੈ। ਇਸ ਤੋਂ ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਹਨ ਕਿ ਆਮ ਤੌਰ ਤੇ ਜਿਸ ਗੱਲ ਦੀ ਉਮੀਦ ਨਹੀਂ ਕੀਤੀ ਜਾਂਦੀ, ਇਨਸਾਨ ਜੋ ਆਲੇ ਦੁਆਲੇ ਆਪਣਾ ਦੇਖ ਕੇ ਜਿਹੜਾ ਚੀਜ਼ਾਂ ਦਾ ਮੁਤਾਬਕ ਆਪਣਾ ਵਿਚਾਰ ਬਣਾ ਲੈਂਦਾ ਹੈ ਕਿ ਬਈ ਇਹ ਇਸ ਤਰ੍ਹਾਂ ਦੇ ਕੰਮ ਹੋ ਸਕਦੇ ਹਨ ਜਾਂ ਨਹੀਂ ਹੋ ਸਕਦੇ, ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਨਾਮੁਮਕਿਨ ਵੀ ਮੁਮਕਿਨ ਹੋ ਜਾਂਦਾ ਹੈ ਜੇ ਪ੍ਰਭੂ ਦੀ ਰਜ਼ਾ ਦੇ ਵਿੱਚ ਹੋਏ, ਪ੍ਰਭੂ ਦਾ ਹੁਕਮ ਹੋਵੇ ਤਾਂ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਦਾ ਕਿ ਵਗਦੇ ਹੋਏ ਦਰਿਆਵਾਂ ਦੇ ਅੰਦਰ ਵੀ ਟਿੱਬੇ ਨਜ਼ਰ ਆ ਜਾਂਦੇ ਹਨ। ਤੇ ਪਲੇਨ ਜਿਹੜੀ ਜ਼ਮੀਨ ਹੈ, ਜਿੱਥੇ ਰੇਗਿਸਤਾਨ ਹੈ, ਰੇਤਲਾ ਇਲਾਕਾ ਹੈ, ਉੱਥੇ ਵੀ ਡੂੰਘੇ ਪਾਣੀ ਦੇ ਸਰੋਵਰ ਜਾਂ ਪਾਣੀ ਦੇ ਜਿਹੜੇ ਰਿਜ਼ਰਵਾਇਰ ਹਨ ਉਹ ਉੱਥੇ ਨਜ਼ਰ ਆ ਸਕਦੇ ਹਨ। ਜੇ ਪ੍ਰਭੂ ਦਾ ਹੁਕਮ ਹੋਵੇ, ਉਹਦੀ ਰਜ਼ਾ ਹੋਵੇ ਤਾਂ ਰੇਤਲੇ ਇਲਾਕੇ 'ਚ ਵੀ ਪਾਣੀ ਦੇ ਸਰੋਵਰ ਮਿਲ ਸਕਦੇ ਹਨ ਤੇ ਨਦੀਆਂ ਦੇ ਅੰਦਰ ਵੀ ਉੱਚੇ ਟਿੱਬੇ ਨਜ਼ਰ ਆ ਸਕਦੇ ਹਨ। ਇਸ ਤੋਂ ਅਗਲੀ ਪੰਕਤੀ 'ਚ ਹੋਰ ਇੱਕ ਕਮਾਲ ਦੀ ਗੱਲ ਕਰਦੇ ਹਨ ਕਿ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਤੇ ਜੇ ਉਹਦਾ ਹੁਕਮ ਹੋਵੇ, ਜੇ ਉਹਦੀ ਰਜ਼ਾ ਹੋਵੇ ਤਾਂ ਕੀੜੇ ਵਰਗੇ ਮਾਮੂਲੀ ਜੇ ਜਾਨਵਰ ਨੂੰ ਵੀ ਉਹ ਪਾਤਸ਼ਾਹੀ ਸੌਂਪ ਸਕਦਾ ਹੈ। ਇਸ ਤੋਂ ਭਾਵ ਇਹ ਨਹੀਂ ਹੈ ਵੀ ਕੀੜਾ ਕੋਈ ਇਨਸਾਨਾਂ ਦੇ ਉੱਪਰ ਰਾਜ ਕਰਨਾ ਸ਼ੁਰੂ ਕਰ ਦੇਗਾ। ਭਾਵ ਇਹ ਹੈ ਕਿ ਵੀ ਉਹ ਇਨਸਾਨ ਜਿਹਦੀ ਤਾਕਤ ਬਿਲਕੁਲ ਮਾਮੂਲੀ ਹੈ, ਜਿਹਦਾ ਪੇਟ ਪੱਲੇ ਕੁਝ ਨਹੀਂ ਹੈ, ਜਿਹਦਾ ਜਨਮ ਸਮਝੋ ਐਸੇ ਹਾਲਾਤਾਂ ਵਿੱਚ ਹੋਇਆ ਹੈ ਕਿ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਵੀ ਕਿ ਐਸਾ ਇਨਸਾਨ ਵੀ ਕਦੀ ਰਾਜ ਸਿੰਘਾਸਨ ਦੇ ਉੱਤੇ ਬੈਠ ਸਕਦਾ ਹੈ, ਤਾਂ ਐਸੇ ਇਨਸਾਨ ਨੂੰ ਵੀ ਪਾਤਸ਼ਾਹੀ ਤਾਕਤ ਪਰਮਾਤਮਾ ਬਖਸ਼ ਸਕਦਾ ਹੈ। ਤੇ ਲਸ਼ਕਰ ਕਰੇ ਸਵਾ, ਜਿਹੜੇ ਬਾਦਸ਼ਾਹ ਬਣੇ ਹੋਏ ਹਨ, ਜਿਨ੍ਹਾਂ ਦੇ ਕੋਲ ਵੱਡੇ ਵੱਡੇ ਫੌਜਾਂ ਦੇ ਲਸ਼ਕਰ ਹਨ, ਬਟਾਲੀਅਨ ਹਨ, ਬੜੇ ਬੜੇ ਉਹਨਾਂ ਦੇ ਕੋਲ ਆਰਮੀ ਦੇ ਹੈਗੇ ਹਨ, ਲੋ ਲਸ਼ਕਰ ਹਨ ਜਿਨ੍ਹਾਂ ਦੇ ਕੋਲ ਮੌਜੂਦ ਹੈ, ਉਹਨਾਂ ਸਭ ਨੂੰ ਵੀ ਉਹ ਨਾਸ਼ ਕਰ ਸਕਦਾ ਹੈ। तो ये सब कुछ परमात्मा ਦੀ ਰਜ਼ਾ ਦੇ ਅਨੁਕੂਲ ਹੋ ਸਕਦਾ ਹੈ, ਉਹਦੇ ਹੁਕਮ ਦੇ ਨਾਲ ਸਭ ਕੁਝ ਹੋ ਸਕਦਾ ਹੈ, ਭਾਵੇਂ ਆਮ ਇਨਸਾਨ ਇਹਨਾਂ ਚੀਜ਼ਾਂ ਨੂੰ ਇਮੇਜਿਨ ਵੀ ਨਾ ਕਰ ਸਕਦਾ ਹੋਵੇ। ਅਗਲੀ ਪੰਕਤੀ 'ਚ ਕਹਿੰਦੇ ਹਨ ਕਿ ਜੇਤੇ ਜੀ ਜੀਵੇਂ ਲੈ ਸਾਹਾ। ਜਿੰਨੇ ਵੀ ਇਸ ਧਰਤੀ ਦੇ ਉੱਤੇ ਜੀਵ ਹਨ ਉਹ ਸਾਰੇ ਸਾਹ ਲੈ ਕੇ ਹੀ ਜਿਉਂਦੇ ਹਨ। ਇਹ ਆਮ ਅਸੀਂ ਆਬਜ਼ਰਵ ਕਰਦੇ ਹਾਂ, ਭਾਵੇਂ ਧਰਤੀ ਦੇ ਉੱਤੇ ਵਸਣ ਵਾਲੇ ਜੀਵ ਜੰਤੂ ਹਨ ਤੇ ਭਾਵੇਂ ਪਾਣੀ 'ਚ ਰਹਿਣ ਵਾਲੇ ਪਾਣੀ ਦੇ ਜੀਵ ਜੰਤੂ ਹਨ, ਮੱਛੀਆਂ ਜਾਂ ਹੋਰ ਮਗਰਮੱਛ ਜਾਂ ਹੋਰ ਜਿੰਨੇ ਵੀ ਪਾਣੀ ਦੇ ਜੀਵ ਹਨ, ਉਹ ਵੀ ਪਾਣੀ ਦੇ ਵਿੱਚੋਂ ਆਕਸੀਜਨ ਲੈ ਕੇ ਸਾਹ ਲੈਂਦੇ ਹਨ ਤੇ ਤਾਂ ਹੀ ਉਹਨਾਂ ਦਾ ਜੀਵਨ ਚੱਲਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਠੀਕ ਹੈ ਕਿ ਆਮ ਜੋ ਸਾਡੀ ਨਜ਼ਰ ਵਿੱਚ ਆਉਂਦਾ ਹੈ, ਜੋ ਪ੍ਰਚਲਿਤ ਬਣੀ ਹੋਈ ਮਰਿਆਦਾ ਹੈ, ਜਿੰਨੇ ਜੀਵ ਹਨ ਉਹ ਸਾਹ ਲੈ ਕੇ ਹੀ ਜਿਉਂਦੇ ਹਨ। ਪਰ ਉਹ ਕਹਿੰਦੇ ਹਨ ਕਿ ਜੇ ਪ੍ਰਭੂ ਦਾ ਹੁਕਮ ਹੋਵੇ, ਜੇ ਪ੍ਰਭੂ ਦੀ ਰਜ਼ਾ ਹੋਵੇ ਤਾਂ ਜੇ ਉਹ ਜੀਵਾਨ ਦੇ ਉੱਤੇ ਆਵੇ ਤੇ ਸਾਹ ਦੀ ਕੀਮਤ ਹਾਜੀ ਜੀਵਾਲੇ ਤਾਂ ਕਿ ਸਾਹ ਦੀ ਕੀਮਤ ਕੋਈ ਵੈਲਿਊ ਹੈ। ਜੇ ਉਹ ਪ੍ਰਭੂ ਚਾਹੇ ਤੇ ਬਿਨਾਂ ਸਾਹ ਤੋਂ ਵੀ ਜੀਵਾਂ ਨੂੰ ਜ਼ਿੰਦਾ ਰੱਖ ਸਕਦਾ ਹੈ। ਸੁਖਮਨੀ ਸਾਹਿਬ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਕਿ ਪ੍ਰਭ ਭਾਵੇ ਬਿਨ ਸਾਹ ਤੇ ਰੱਖ। ਜੇ ਉਹ ਰੱਖਣ ਦੇ ਉੱਤੇ ਆਵੇ ਤਾਂ ਉਹ ਐਸੇ ਜੀਵ ਵੀ ਦੁਨੀਆ ਦੇ ਵਿੱਚ ਪੈਦਾ ਕਰ ਸਕਦਾ ਹੈ ਜਿਹੜੇ ਸਾਹ ਤੋਂ ਬਿਨਾਂ ਵੀ ਜਿਉਂਦੇ ਰਹਿ ਸਕਦੇ ਹਨ। ਇਹ ਉਹਦੀ ਆਪਣੀ ਖੇਡ ਹੈ, ਉਹ ਚਾਹੇ ਤਾਂ ਬਿਨਾਂ ਸਵਾਸ ਦੇ ਵੀ ਜੀਵਾਂ ਨੂੰ ਜਿਉਂਦਾ ਰੱਖ ਸਕਦਾ ਹੈ। ਉਹ ਅੰਤਲੀ ਪੰਕਤੀ 'ਚ ਫਿਰ ਗੁਰੂ ਸਾਹਿਬ ਨਿਰਣਾ ਕਰਦੇ ਹੋਏ ਕਹਿੰਦੇ ਹਨ ਕਿ ਨਾਨਕ ਜਿਉਂ-ਜਿਉਂ ਸੱਚੇ ਭਾਵੈ ਤਿਉਂ-ਤਿਉਂ ਦੇ ਗਿਰਾ। ਕਿ ਜਿਵੇਂ ਜਿਵੇਂ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਰਜ਼ਾ ਹੋਵੇ, ਜਿਵੇਂ ਉਹਨੂੰ ਚੰਗਾ ਲੱਗਦਾ ਹੈ, ਉਹ ਤਿਵੇਂ ਤਿਵੇਂ ਹੀ ਜੀਵਾਂ ਨੂੰ ਗਿਰਾ ਭਾਵ ਗਿਰਾਹੀ यानी कि रोटी रिजक ਦਿੰਦਾ ਹੈ, ਉਹਨਾਂ ਦੇ ਜੀਵਨ ਦਾ ਜੋ ਸਹਾਰਾ ਹੈ ਉਹ ਉਸ ਤਰ੍ਹਾਂ ਦਾ ਬਣਾ ਦਿੰਦਾ ਹੈ, ਉਹਨਾਂ ਦੇ ਜੀਵਨ ਨਿਰਵਾਹ ਦਾ ਢੰਗ ਉਸ ਤਰ੍ਹਾਂ ਦਾ ਕਰ ਦਿੰਦਾ ਹੈ। ਗਿਰਾ ਦਾ ਜੋ ਅਖਰੀ ਅਰਥ ਹੈ ਉਹ ਹੈ ਗਿਰਾਹੀ,
ਭਾਵ ਖਾਣਾ। तो खाना ਸਾਨੂੰ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਕਿਰਤ ਕਰਕੇ ਜਾਂ ਕਿਸੇ ਵੀ ਢੰਗ ਦੇ ਨਾਲ ਕੁਝ ਰਿਜ਼ਕ ਹਾਸਲ ਕਰਦੇ ਹਾਂ, ਧਨ ਪਦਾਰਥ ਹਾਸਲ ਕਰਦੇ ਹਾਂ, ਫਿਰ ਉਹਨਾਂ ਦੇ ਨਾਲ ਅਸੀਂ ਖਾਣ ਪੀਣ ਦੇ ਪਦਾਰਥ ਇਕੱਠੇ ਕਰਦੇ ਹਾਂ ਤੇ ਉਹਨਾਂ ਦੇ ਰਾਹੀਂ ਆਪਣੀ ਖੁਰਾਕ ਹਾਸਲ ਕਰਦੇ ਹਾਂ। तो भाव की है कि जिस तरीके भी उस प्रभु ਨੂੰ ਚੰਗਾ ਲੱਗਦਾ ਹੈ ਉਹ ਉਵੇਂ ਹੀ ਉਹਨਾਂ ਨੂੰ ਜੀਵਾਂ ਨੂੰ ਉਹ ਐਸੇ ਕੰਮਾਂ ਵਿੱਚ ਲਗਾ ਕੇ ਉਹਨਾਂ ਦੇ ਜੀਵਨ ਨਿਰਵਾਹ ਦਾ ਇੰਤਜ਼ਾਮ ਕਰ ਦਿੰਦਾ ਹੈ ਔਰ ਇਹ ਸਭ ਦੇ ਵਾਸਤੇ ਵੱਖੋ ਵੱਖਰਾ ਹੋ ਸਕਦਾ ਹੈ। ਦੂਸਰੇ ਸ਼ਲੋਕ ਦੇ ਵਿੱਚ ਫਿਰ ਇਸੇ ਹੀ ਵਿਸ਼ੇ ਨੂੰ ਹੋਰ ਥੋੜਾ ਅੱਗੇ ਖੋਲਦੇ ਹਨ। ਮਹਿਲਾ ਪਹਿਲਾ, ਇੱਕ ਮਾਸਹਾਰੀ ਇੱਕ ਤ੍ਰਿਨ ਖਾਹੇ, ਇੱਕ ਨਾ 36 ਅੰਮ੍ਰਿਤ ਪਾਹੇ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾਏ, ਇੱਕ ਪੌਣ शुमारी पौन शुमार, एक निरंकारी नाम आधार, जीवे दाता मरै न कोय, नानक मुठे जाहे ना ही मन सोए। ਹੁਣ ਇੱਥੇ ਵੀ ਗੱਲ ਉਸੇ ਹੀ ਲਹਿਜੇ ਵਿੱਚ ਸ਼ੁਰੂ ਕਰਦੇ ਹਨ। ਇੱਕ ਮਾਸਹਾਰੀ, ਇੱਕ ਲਫ਼ਜ਼ ਦੇ ਸਪੈਲਿੰਗ ਨੋਟ ਕਰਨ ਵਾਲੇ ਹਨ। ਕੱਕੇ ਨੂੰ ਸਿਹਾਰੀ ਦੇ ਨਾਲ ਆਇਆ ਇੱਕ, ਜਿਵੇਂ ਅਸੀਂ ਅੱਗੇ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਜਦੋਂ ਇੱਕ ਲਫ਼ਜ਼ ਕੱਕੇ ਨੂੰ ਸਿਹਾਰੀ ਦੇ ਨਾਲ ਆਉਂਦਾ ਹੈ ਤਾਂ ਇਹ ਬਹੁਵਚਨ ਦਾ ਸੂਚਕ ਹੁੰਦਾ ਹੈ ਔਰ ਇਹਦਾ ਅਰਥ ਹੋ ਜਾਂਦਾ ਹੈ ਕਈ ਇੱਕ। ਇੱਕ ਮਾਸਹਾਰੀ, ਕਈ ਜੀਵ ਹਨ ਜਿਹੜੇ ਮਾਸਾਹਾਰੀ ਹਨ। ਇੱਕ ਤ੍ਰਿਨ ਖਾਏ, ਤ੍ਰਿਨ ਖਾਏ मतलब घास फूस या फल पौधे, पेड़ पौधों तो फल वगैरह सब्जियां या होर वैजीटेशन खा के गुजारा करते हैं, शाकाहारी हैं। सो वही ਜਿਹੜੀ ਡਿਸਟ੍ਰੀਬਿਊਸ਼ਨ ਹੈ ਦੋ ਕੈਟੇਗਰੀ ਦੇ ਵਿੱਚ ਸਾਰੇ ਜੀਵ ਜੰਤੂਆਂ ਨੂੰ ਵੰਡਿਆ ਜਾਂਦਾ ਹੈ ਇਸ ਖਾਣੇ ਦੇ ਆਧਾਰ ਦੇ ਉੱਤੇ। ਤਾਂ ਗੁਰੂ ਸਾਹਿਬ ਵੀ ਉਹਨਾਂ ਦੀ ਵੰਡ ਦੀ ਗੱਲ ਕਰਦੇ ਹਨ। ਪਰ ਫਿਰ ਇਨਸਾਨਾਂ ਦਾ ਗੱਲ ਕਰਦੇ ਹੋਇਆ ਕਹਿੰਦੇ ਹਨ ਕਿ ਇੱਕ ਨਾ 36 ਅੰਮ੍ਰਿਤ ਪਾਏ। 36 ਅੰਮ੍ਰਿਤ ਇਹ ਇੱਕ ਮੁਹਾਵਰੇ ਦੇ ਵਜੋਂ ਲਫ਼ਜ਼ ਇਸਤੇਮਾਲ ਕੀਤਾ ਗਿਆ ਹੈ। ਆਮ ਤੌਰ ਤੇ ਪੁਰਾਣੇ ਲਿਟਰੇਚਰ ਦੇ ਵਿੱਚ ਇਹ ਗੱਲਾਂ ਪੜਨ ਨੂੰ ਮਿਲਦੀਆਂ ਹਨ ਕਿ ਉਸ ਜ਼ਮਾਨੇ ਦੇ ਵਿੱਚ ਕਿ ਭਈ ਜਿਨ੍ਹਾਂ ਦੇ ਕੋਲ ਬਹੁਤ ਚੰਗੇ ਰਿਸੋਰਸਿਸ ਹੁੰਦੇ ਸਨ, ਰਜਦੇ ਸਰਦੇ ਪੁੱਜਦੇ ਘਰਾਂ ਦੇ ਬੰਦੇ ਹੁੰਦੇ ਸਨ, ਉਹ 36 ਪ੍ਰਕਾਰ ਦੇ ਭੋਜਨ ਭਾਵ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਬਣਾ ਕੇ ਖਾਂਦੇ ਸਨ। ਆਮ ਤਾਂ ਕੋਈ ਜਿਹੜਾ ਸਧਾਰਨ ਇਨਸਾਨ ਹੈ ਉਹ ਆਪਣੇ ਖਾਣੇ ਦੇ ਵਿੱਚ ਇੱਕ ਹੱਦ ਦੋ ਬੜੀ ਛਾਲ ਮਾਰੋ ਤੇ 3 ਚੀਜ਼ਾਂ ਖਾ ਲੈਂਦਾ ਹੈ। ਨਹੀਂ ਤਾਂ ਆਮ ਤੌਰ ਤੇ ਲੋਕ ਇਹੀ ਕਹਿੰਦੇ ਹਨ ਵੀ ਦਾਲ ਰੋਟੀ ਖਾ ਕੇ ਗੁਜ਼ਾਰਾ ਕਰਦੇ ਹਾਂ। ਸੋ ਕੋਈ ਆਈਟਮਾਂ ਹੋਈਆਂ पर जिन्हां दे कोल रिजक ज़्यादा है, दौलत है, तो वो जीव के स्वाद की खातर भांत भांत के भोजन अफोर्ड करते हैं और खाते हैं। तो पुराना ये प्रचलित एक मुहावरे वजों ये लफ्ज़ है 36 प्रकार के भोजन। तो उसे ही शब्दावली नूं गुरु साहब ने अडॉप्ट करके गल की है 36 अमृत पाहे। अमृत बेसिकली इस करके किया गया है कि ये जिहड़े भोजन हैं सारियां दा मकसद तो इक्को ही है, शरीर नूं आधार देना ताकि जीवन चलता रहे। तो जिंदगी नूं कायम रखने वास्ते ये यानी कि मौत तो बचाने वास्ते ये भोजन अमृत का काम करता है कि शरीर नूं ये मौत तो बचा के रखता है। तो इसलिए भोजन नूं अमृत भी कहा जाता है। तो एक ना 36 अमृत पाए तो भाव है कि कईयां नूं भांत भांत दे स्वादले भोजन भी नसीब हुंदे हन, पर इस दे उल्ट एक मिट्टियां में मिट्टियां खाए। ते कई ऐसे बेचारे पूरे सूरे हुंदे हन जिन्हां दे कोल बिल्कुल भी कोई जिन्हों अपनियां लोड़ां पूरियां करन जोगा भी धन नहीं हुंदा, तां ओह रहिंदे भी मिट्टियां दे विच ही हन। भाव कोई ਚੱਜ ਦੀ सिर ते छत भी नहीं हुंदी, कोई आले दुआले कोई पक्का मकान भी नहीं हुंदा। ਕਈਆਂ ਨੂੰ ਤੇ ਓਪਨ ਦੇ ਵਿੱਚ ਹੀ ਸੌਣਾ ਪੈਂਦਾ ਹੈ ਤੇ ਮਿੱਟੀਆਂ ਦੇ ਵਿੱਚ ਰਹਿੰਦੇ ਹੋਏ ਮਿੱਟੀ ਦੇ ਨਾਲ ਮਿਲੇ ਹੋਏ ਹੀ ਭੋਜਨ ਉਹਨਾਂ ਨੂੰ ਖਾਣੇ ਪੈਂਦੇ ਹਨ ਜੋ ਕਿ ਉਹਨਾਂ ਕੋਲ ਖਾਣ ਦੇ ਬਰਤਨ ਵੀ ਨਹੀਂ ਹੁੰਦੇ। ਸੋ ਇੱਕ ਮਿੱਟੀਆਂ ਮੈਂ ਮਿੱਟੀਆਂ ਖਾਏ, ਇੱਕ ਪੌਣ शुमारी पौन शुमार। कई लोग ऐसे हैं जिन्हां दी खुराक बहुत घट हुंदी है और कई कई दिन वो खाना नहीं खाते। खास तौर पर ਜਿਹੜੇ ਲੋਕੀ ਕਈ ਯੋਗ ਦੇ ਆਸਨ ਵਗੈਰਾ ਕਰਦੇ ਹਨ, ਪ੍ਰਾਣਾਯਾਮ ਪ੍ਰੈਕਟਿਸ ਕਰਦੇ ਹਨ, ਉਹ ਕਈ ਕਈ ਦਿਨ ਜਿਹੜੇ ਹਨ ਉਹ ਪ੍ਰਾਣਾ ਨੂੰ ਰੋਕ ਕੇ ਸਵਾਸਾਂ ਦੀ ਗਿਣਤੀ ਕਰਦੇ ਰਹਿੰਦੇ ਹਨ, ਪ੍ਰਾਣਾਯਾਮ ਵਿੱਚ ਲੱਗੇ ਰਹਿੰਦੇ ਹਨ।
तो ਉਹ ਕਈ ਦਿਨ ਭੁੱਖੇ ਰਹਿ ਸਕਦੇ ਹਨ। तो ਇੱਕ ਪੌਣ शुमार ਭਾਵ ਜਿਹੜੇ ਪ੍ਰਾਣਾਯਾਮ ਦਾ ਅਭਿਆਸ ਕਰਦੇ ਹਨ ਉਹ ਇਸੇ ਕੰਮ ਦੇ ਵਿੱਚ ਹੀ ਇਸੇ ਗਿਣਤੀ ਵਿੱਚ ਹੀ ਲੱਗੇ ਰਹਿੰਦੇ ਹਨ ਕਿ ਕਿੰਨੇ ਕੁ ਲੰਬੇ ਸਵਾਸ ਰੋਕ ਕੇ ਉਹ ਆਪਣੇ ਆਪ ਨੂੰ ਲੰਬੇ ਸਮੇਂ ਵਾਸਤੇ ਖਾਣ ਪੀਣ ਦੇ ਤੋਂ ਬਗੈਰ ਜਿਉਂਦੇ ਰਹਿ ਸਕਦੇ ਹਨ। ਪਰ ਇਸ ਸਭ ਦੇ ਉਲਟ ਕੁਝ ਐਸੇ ਲੋਕ ਹਨ ਜਿਨ੍ਹਾਂ ਦੀ ਜ਼ਿੰਦਗੀ ਦਾ ਅਸਲ ਆਧਾਰ ਜਿਹੜਾ ਹੈ ਉਹ ਆਤਮਿਕ ਜੀਵਨ ਦਾ ਆਧਾਰ ਹੈ, ਇੱਕ ਨਿਰੰਕਾਰੀ ਨਾਮ ਆਧਾਰ। ਕੁਝ ਐਸੇ ਲੋਕ ਹਨ ਜਿਹੜੇ ਇੱਕ ਨਿਰੰਕਾਰ ਦੇ ਜੋ ਆਕਾਰ ਤੋਂ ਹੋਇਆ ਪ੍ਰਮਾਤਮਾ ਹੈ ਉਸੇ ਦਾ ਹੀ ਧਿਆਨ ਆਪਣੀ ਸੁਰਤ ਵਿੱਚ ਰੱਖਦੇ ਹਨ ਔਰ ਉਹਨਾਂ ਨੂੰ ਸਰੀਰ ਤੋਂ ਸਿਰਫ ਮੇਨਟੇਨ ਕਰਨ ਵਾਸਤੇ ਜੋ ਬੇਅਰ ਮਿਨੀਮਮ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਨ ਉਹਨਾਂ ਦੀ ਵਰਤੋਂ ਕਰਦੇ ਹਨ। ਬਾਕੀ ਉਹਨਾਂ ਦੇ ਸਾਰੇ ਸਮਾਂ ਸਾਰੇ ਜੋ ਐਫਰਟ ਹਨ ਉਹ ਪ੍ਰਭੂ ਦੇ ਯਾਦ ਦੇ ਵਿੱਚ ਸੁਰਤ ਨੂੰ ਜੋੜੀ ਰੱਖਣ ਦੇ ਵਿੱਚ ਹੀ ਉਸ ਪਾਸੇ ਵਾਲੀ ਧਿਆਨ ਉਹਨਾਂ ਦਾ ਲੱਗਾ ਰਹਿੰਦਾ ਹੈ। ਉਹ ਹੋਰ ਦੁਨਿਆਵੀ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਲੇ ਪਾਸੇ ਬਿਲਕੁਲ ਧਿਆਨ ਨਹੀਂ ਕਰਦੇ। ਤਾਂ ਉਹਨਾਂ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਉਹਨਾਂ ਨੂੰ ਤੇ ਕੇਵਲ ਨਾਮ ਦਾ ਹੀ ਆਧਾਰ ਹੈ, ਉਹ ਨਾਮ ਦੇ ਆਸਰੇ ਹੀ ਜਿਉਂਦੇ ਹਨ। ਤਾਂ ਇੱਕ ਨਿਰੰਕਾਰੀ ਨਾਮ ਆਧਾਰ ਉਹਨਾਂ ਦੀ ਜੋ ਜ਼ਿੰਦਗੀ ਦਾ ਫੋਕਸ ਹੈ ਉਹ ਕੇਵਲ ਪ੍ਰਭੂ ਦੀ ਭਗਤੀ ਹੈ ਤੇ ਉਹ ਸਿਰਫ ਸਰੀਰ ਦੇ ਨੂੰ ਚਲਦਾ ਰੱਖਣ ਦੀ ਖਾਤਰ ਹੀ ਬੇਅਰ ਮਿਨੀਮਮ ਐਫਰਟ ਕਰਕੇ ਉਤਨੀ ਕੋਈ ਖੁਰਾਕ ਲੈਂਦੇ ਹਨ। ਬਾਕੀ ਧਿਆਨ ਸਮਾਂ ਸਾਰਾ ਐਫਰਟ ਉਹਨਾਂ ਦੀ એનર્ਜੀ ਸਾਰੀ ਪ੍ਰਭੂ ਦੇ ਯਾਦ ਦੇ ਵਿੱਚ ਹੀ ਜੁੜੀ ਰਹਿੰਦੀ ਹੈ। ਅਖੀਰਲੀਆਂ ਪੰਕਤੀਆਂ ਹੁਣ ਗੁਰੂ ਸਾਹਿਬ ਕਹਿੰਦੇ ਹਨ ਕਿ ਜੀਵੈ ਦਾਤਾ ਮਰੈ ਨਾ ਕੋਇ। ਕਿ ਜਿਹੜਾ ਇਨਸਾਨ ਇਸ ਗੱਲ ਨੂੰ ਸਵੀਕਾਰ ਕਰਦਾ ਹੈ, ਇਸ ਗੱਲ ਨੂੰ ਐਕਨੋਲੇਜ ਕਰਦਾ ਹੈ ਕਿ ਹਰ ਜੀਵ ਦੇ ਸਿਰ ਦੇ ਉੱਤੇ ਉਹ ਦਾਤਾ ਮੌਜੂਦ ਹੈ ਜਿਹੜਾ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ, ਜਿਹੜਾ ਸਾਰਿਆਂ ਨੂੰ ਜੀਵਨ ਦੇਣ ਵਾਲਾ ਹੈ, ਉਹ ਸਭ ਦੇ ਸਿਰ ਦੇ ਉੱਤੇ ਮੌਜੂਦ ਹੈ। ਜੀਵੈ ਦਾਤਾ, ਸਭ ਜੀਵਾਂ ਦੇ ਉੱਤੇ ਉਹ ਦਾਤਾ ਮੌਜੂਦ ਹੈ। ਮਰੇ ਨਾ ਕੋਏ। ਇਹ ਐਸਾ ਇਨਸਾਨ ਫਿਰ ਉਸ ਪ੍ਰਭੂ ਨੂੰ ਵਿਸਾਰ ਕੇ ਆਤਮਕ ਮੋਤੇ ਨਹੀਂ ਮਰਦਾ। ਜਿਹੜਾ ਇਸ ਗੱਲ ਨੂੰ ਐਕਨੋਲੇਜ ਕਰਦਾ ਹੈ, ਜਿਹੜਾ ਇਸ ਵਿਚਾਰ ਨੂੰ ਆਪਣੇ ਮਨ ਦੇ ਵਿੱਚ ਕਰ ਲੈਂਦਾ ਹੈ ਕਿ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ, ਸਭ ਜੀਵਾਂ ਨੂੰ ਜੀਵਨ ਦੇਣ ਵਾਲਾ ਉਹ ਪ੍ਰਭੂ ਅਕਾਲ ਪੁਰਖ ਮੌਜੂਦ ਹੈ, ਉਹ ਫਿਰ ਪ੍ਰਭੂ ਨੂੰ ਭੁਲਾ ਕੇ ਆਤਮਕ ਮੌਤੇ ਨਹੀਂ ਮਰਦਾ। ਜੀਵੈ ਦਾਤਾ ਮਰੇ ਨਾ ਕੋਏ। ਜਿਹਨੂੰ ਇਸ ਗੱਲ ਦਾ ਅਹਿਸਾਸ ਹੈ ਮਨ ਦੇ ਵਿੱਚ ਕਿ ਸਭ ਜੀਵਾਂ ਦੇ ਸਿਰ ਦੇ ਉੱਤੇ ਉਹ ਦਾਤਾ ਦੇਣ ਵਾਲਾ ਪ੍ਰਭੂ ਮੌਜੂਦ ਹੈ, ਉਹ ਉਸ ਪ੍ਰਭੂ ਨੂੰ ਭੁਲਾ ਕੇ ਆਤਮਕ ਮੌਤੇ ਨਹੀਂ ਮਰਦਾ। ਪਰ ਇਸ ਦੇ ਉਲਟ ਨਾਨਕ ਮੁੱਠੇ ਜਾਹੇ ਨਾ ਹੀ ਮਨ ਸੋਏ। ਉਹ ਲੋਕ ਆਪਣੇ ਜੀਵਨ ਦੀ ਬਾਜ਼ੀ ਹਾਰ ਜਾਂਦੇ ਹਨ, ਉਹ ਆਪਣੀ ਜੀਵਨ ਦੀ ਬਾਜ਼ੀ ਤੋਂ ਠੱਗੇ ਜਾਂਦੇ ਹਨ। ਮੁੱਠੇ ਜਾਹੇ ਭਾਵ ਠੱਗੇ ਜਾਂਦੇ ਹਨ ਜਿਨ੍ਹਾਂ ਦੇ ਮਨ ਦੇ ਵਿੱਚ ਉਸ ਪ੍ਰਭੂ ਦੀ ਯਾਦ ਨਹੀਂ ਹੈ, ਨਾ ਹੀ ਮਨ ਸੋਏ। ਸੋਏ ਲਫ਼ਜ਼ ਪਰਮਾਤਮਾ ਦੇ ਵਾਸਤੇ ਆਇਆ ਹੈ। तो ਜਿਹੜੇ ਲੋਕ ਉਸ ਪ੍ਰਭੂ ਨੂੰ ਭੁਲਾ ਦਿੰਦੇ ਹਨ, ਆਪਣੇ ਮਨ ਦੇ ਵਿੱਚ ਉਸ ਨੂੰ ਚੇਤੇ ਨਹੀਂ ਰੱਖਦੇ, ਉਹ ਆਪਣੇ ਜੀਵਨ ਦੇ ਵਿੱਚ ਲੁੱਟੇ ਜਾਂਦੇ ਹਨ। ਭਾਵ ਵਿਕਾਰਾਂ ਦੇ ਹੱਥੋਂ ਉਹਨਾਂ ਦੀ ਜੋ ਆਤਮਿਕ ਜੀਵਨ ਹੈ ਉਹ ਲੁੱਟਿਆ ਜਾਂਦਾ ਹੈ ਤੇ ਉਹ ਜਿਉਂਦੇ ਹੋਏ ਵੀ ਆਤਮਿਕ ਮੌਤੇ ਮਰੇ ਹੋਏ ਰਹਿੰਦੇ ਹਨ। ਪਰ ਜਿਹੜੇ ਵੀ ਪ੍ਰਭੂ ਨੂੰ ਆਪਣੇ ਮਨ ਦੇ ਵਿੱਚ ਚੇਤੇ ਰੱਖਦੇ ਹਨ ਉਹ ਆਤਮਿਕ ਮੌਤੇ ਨਹੀਂ ਮਰਦੇ। तो ये असल जीवन जिहड़ा है आत्मक दल दे उत्ते प्रभु नूं चेते रखना या प्रभु नूं भुला देना इहदे उत्ते मुनसर है। बाकी शरीर दी खुराक वास्ते तां कोई मांसाहारी है, कोई शाकाहारी है, कोई भांत दे भोजन खांदा है, स्वादले भोजन 36 प्रकार दे खांदा है, कोई मिट्टियां दे विच रहिंदा होया केवल बिना भांडियां तो ही भोजन खांदा है, कई सिर्फ प्राणायाम करके अपने श्वासां नूं ही कंट्रोल करन दे विच लगे रहंदे हन ते कईयां नूं केवल ते केवल प्रभु दे नाम दा ही आधार है। उन्हां नूं खाण पीण वाले पासे कोई फिक्र ही नहीं हुंदी। खाना मिल जाए तां भी राजी हन, ना मिले तां भी राजी रहिंदे हन। पर आत्मक तल दे उत्ते कोई इंसान तां ही जिंदा है जे वो प्रभु दी याद हिरदे च वसा के रखे। जिहड़े अपने मन तो प्रभु नूं भुला लैंदे हन वो फिर इस जीवन नूं दी बाजी नूं हार जांदे हन, आत्मक तौर दे उत्ते वो मुर्दा हो जांदे हन। पौड़ी दे विच हुण गुरु साहब फरमांदे हन, पूरे गुर की कार कर्म कमाईऐ, गुरमती आप गवाए नाम ध्याईऐ, दूजी कारै लग जन्म गवाईऐ, विन नामै सब विस
तैजै खाइयै, सच्चा शब्द सलाह सच समाइयै, विन सतगुर सेवे नाहि सुख निवास, फिर आइयै, दुनिया खोटी रास, कूड़ कमाइयै, नानक सच खरा साला, पथ स्यों जाई। ਹੁਣ ਪਹਿਲੀ ਪੰਕਤੀ ਜੋ ਪੌੜੀ ਦੀ ਹੈ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਹਨ, ਪੂਰੇ ਗੁਰ ਕੀ ਕਾਰ ਕਰਮ ਕਮਾਈਏ। ਕਰਮ ਦੇ ਮੰਮੇ ਨੂੰ ਸਿਆਰੀ ਹੈ, ਕਰਮ ਦੁਆਰਾ, ਕਰਮ ਕਰਕੇ। ਇਹ ਕਰਮ ਦਾ ਭਾਵ ਇੱਥੇ ਹੈ ਬਖਸ਼ਿਸ਼। ਕਰਮ ਲਫ਼ਜ਼ ਗੁਰਬਾਣੀ ਵਿੱਚ ਦੋ ਅਰਥਾਂ ਵਿੱਚ ਆਉਂਦਾ ਹੈ। ਇੱਕ ਕਰਮ ਸੰਸਕ੍ਰਿਤ ਦੇ ਰੂਪ ਵਿੱਚੋਂ ਹੈ ਜਿਹਦਾ ਅਰਥ ਹੁੰਦਾ ਹੈ ਕੰਮ, ਤੇ ਇੱਕ ਫਾਰਸੀ ਦੇ ਰੂਪ ਵਿੱਚੋਂ ਆਇਆ ਹੈ ਜਿਹਦਾ ਅਰਥ ਹੁੰਦਾ ਹੈ ਬਖਸ਼ਿਸ਼। तो इत्थे जो लफज ये कर्म है ये परमात्मा की बख्शिश के अर्थों में आया है। तो गुरु साहब कहते हैं कि पूरे गुर की कार, पूरे गुर की कार की है, कार का अर्थ है कम। पूरे गुरु की जो बंदगी है उसकी दसी हुई जो कार है, जो कम है पूरे गुरु का दसिया होया, वो गुरु साहब कहते हैं कि परमात्मा की बख्शिश के नाल ही उसकी कमाई की जा सकती है। ते पूरे गुरु वालों दसिया होया काम की है, वो है प्रभु की बंदगी, प्रभु की सिफत सलाह, प्रभु के गुणों की विचार। तो पूरे गुरु का उपदेश हर इंसान वास्ते यही है कि वो जो परमात्मा सब जीवों का जन्मदाता है, सब का पालनहार है, सब जीवों का नाश करने वाला भी वही है, उसके गुण बेअंत हैं। उसके गुणों की विचार करने के नाल इंसान अपनी जिंदगी में तरक्की करता है, वो भी उन्होंने गुणों को अपने जीवन में अपना लेंदा है। तो यही उपदेश गुरु साहब हर उस व्यक्ति को देंदे हैं जिहड़ा गुरु की शरण च पैंदा है। तो यही जीवन दे शैली अपनाने वास्ते गुरु साहब की सिक्ख्या मिलती है। तो यही काम है जो पूरे गुरु की कार है। तो पर ये जीवन च अपनाया तां ही जा सकता है जे परमात्मा की बख्शिश किसी जीव के उत्ते हो जाए, नहीं तो गुरु के नेड़े रहंदे होए, गुरु के परिवार दे विच जन्म लैके भी ऐसे कई जीव हुए हैं जिन्हों ने पूरे गुरु की कार की कमाई नहीं की है, वो भी माया के चक्रां दे विच ही खचत हुए रहे हैं। ऐसा भी होया है, इतिहास इस गल का गवाह है। सो इस करके पूरे गुरु की कार कर्म कमाई है, कर्म बख्शिश द्वारा ही कमाई की जा सकती है। पूरे गुरु के उपदेश की कमाई परमात्मा की बख्शिश द्वारा ही हो सकती है। ਉਹਦੇ ਵਿੱਚ ਸਹਾਈ ਕੀ ਹੁੰਦਾ ਹੈ, ਉਹ दूसरी पंक्ति गुरु साहब गल खोलते हैं कि गुरमती आप गवाए नाम ਧਿਆਈ है। ਹੁਣ पूरे गुरु की कार का जो उपदेश है वो है प्रभु के नाम का ध्यान करना, प्रभु की सिफत सलाह के विच जुड़ना। ते नाम ਧਿਆਇਆ किवें जा सकता है, वो दूजी पंक्ति गुरु साहब समझाते हैं कि गुरमती आप गवाए। गुरमती तो भाव है गुरु की मत द्वारा, गुरु के उपदेश को सुन के समझ के मन दे विच उसनू एक्सैप्ट करके दृढ़ करके जीवन विच अपनाना। इस सब कुछ दे करन दे वास्ते सब तो ज्यादा जरूरी है आपा भाव नू गवाना, अपनी हौमे का त्याग करना। जिस इंसान के अंदर ये हौमे की भावना होए कि मैं तो बहुत सियाना वां, मैनू सारी समझ है, वो कभी भी किसी दूजे कोलों कोई सिक्ख्या ग्रहण नहीं कर सकता, कोई ज्ञान हासिल नहीं कर सकता, कुछ भी गुण भी धारण नहीं कर सकता किसी दूजे कोलों लैके। कारण उसकी हौमे अड़िके आ जाती है कि मैनू कोई दूजा की समझ दे सकता, मैनू तो आप नू सारी समझ है, मैं सब तो बेहतर हाँ। तो जिथे मैं मेरी दी हौमे की भावना होएगी उत्थे जीवन दे विच कोई भी बेहतरी नहीं हो सकती, जीवन में कोई चंगी तब्दीली नहीं आ सकती। तो इसलिए गुरु की मत ग्रहण करने वास्ते आपा भाव गवाना ये पहली कंडीशन है। तो गुरु की मत द्वारा आपा भाव गवा के ही नाम ध्याया जा सकता है। तो ये ढंग भी गुरु साहब ने समझाता है कि परमात्मा की बख्शिश उन्होंने उत्ते ही हुंदी है जिहड़े आपा भाव गवांदे हन, तो वो ही उस प्रभु के नाम ध्यान दे समर्थ हुंदे हन। ते जिहड़े नहीं आपा भाव गवांदे उन्होंने बारे गुरु साहब तीजी पंक्ति जिस तरह फरमाते हैं कि दूजी कार अलग जन्म गवाई है। ਜਿਹੜੇ प्रभु की भगती ਨੂੰ त्याग के प्रभु के नाम ਨੂੰ भुला के होर ਕੰਮਾਂ ਦੇ ਵਿੱਚ ਲੱਗ ਜਾਂਦੇ ਹਨ, केवल माया के रसां ਦੇ ਵਿੱਚ माया ਨੂੰ ਇਕੱਠੀ ਕਰਨ ਦੇ ਵਿੱਚ ਹੀ ਆਹਰ ਆਪਣੇ ਚ ਲੱਗੇ ਰਹਿੰਦੇ ਹਨ।
ਉਹ ਆਪਣੇ ਜਨਮ ਨੂੰ ਅਜਾਈਂ ਗਵਾ ਲੈਂਦੇ ਹਨ, ਕਿਉਂਕਿ ਫਿਰ ਉਹਨਾਂ ਦਾ ਮਨੁੱਖਾ ਜਨਮ ਜਿਹੜਾ ਹੈ ਉਹ ਵਿਅਰਥ ਹੀ ਜਾਂਦਾ ਹੈ। ਉਹਨਾਂ ਦੇ ਮਨੁੱਖਾ ਜੀਵਨ ਪਸ਼ੂ ਪੰਛੀਆਂ ਦੇ ਜੀਵਨ ਵਿੱਚ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਜੀਵਨ ਨਿਰਬਾਹ, ਸਰੀਰ ਦੀ ਪਾਲਣਾ, ਖੁਰਾਕ ਦਾ ਪ੍ਰਬੰਧ ਕਰਨਾ, ਇਹ ਕੰਮ ਤਾਂ ਸਾਰੇ ਜੀਵ ਜੰਤੂ ਹੋਰ ਵੀ ਕਰਦੇ ਹੀ ਹਨ। ਤੇ ਮਨੁੱਖਾਂ ਵਿੱਚ ਔਰ ਉਹਨਾਂ ਵਿੱਚ ਫਿਰ ਫਰਕ ਕੀ ਹੋਇਆ ਜੇ ਉਹਨਾਂ ਨੇ ਇਸ ਉੱਤਮ ਜਨਮ ਦਾ ਜੋ ਮੇਨ ਮਕਸਦ ਹੈ ਉਸ ਦੀ ਪਛਾਣ ਹੀ ਨਹੀਂ ਕੀਤੀ, ਪ੍ਰਭੂ ਦੀ ਬੰਦਗੀ ਵਿੱਚ ਨਹੀਂ ਜੁੜੇ। ਸੋ ਦੂਜੀ ਕਾਰੈ ਲੱਗ ਜਨਮ ਗਵਾਈ ਹੈ। ਉਹ ਜਨਮ ਅਜਾਈ ਵਿਅਰਥ ਗਵਾਇਆ ਜਾਂਦਾ ਹੈ, ਵਿਅਰਥ ਚਲਾ ਜਾਂਦਾ ਹੈ। ਇਸੇ ਗੱਲ ਨੂੰ ਹੋਰ ਖੋਲ ਕੇ ਅਗਲੀ ਪੰਕਤੀ ਜਿਸ ਤਰ੍ਹਾਂ ਸਮਝਾਉਂਦੇ ਹਨ ਕਿ ਵਿਨ ਨਾਮੈ ਸਭ ਵਿਸ ਪਹਿਜੈ ਖਾਈਐ। ਤੇ ਪ੍ਰਭੂ ਦੇ ਨਾਮ ਵਿੱਚ ਜੁੜੇ ਤੋਂ ਬਗੈਰ ਜੋ ਕੁਝ ਵੀ ਪਹਿਨਿਆ ਜਾਂਦਾ ਹੈ ਤੇ ਖਾਧਾ ਜਾਂਦਾ ਹੈ। ਪਹਿਜਿਆ ਤੋਂ ਭਾਵ ਹੈ ਪਹਿਨਿਆ ਜਾਣਾ, ਪਹਿਰਾਵਾ ਪਹਿਨਣਾ। ਖਾਈਐ ਜੋ ਖਾਂਦੇ ਹਾਂ। ਵਿਨ ਨਾਮੈ ਜੋ ਕੁਝ ਵੀ ਪਹਿਜਿਆ ਖਾਈਏ, ਅਸੀਂ ਜੋ ਕੁਝ ਵੀ ਪਹਿਨਦੇ ਜਾਂ ਖਾਂਦੇ ਹਾਂ ਉਹ ਸਭ ਜ਼ਹਿਰ ਦੇ ਸਮਾਨ ਹੀ ਹੈ, ਕਿਉਂਕਿ ਉਹ ਸਭ ਆਤਮਕ ਮੌਤ ਦਾ ਕਾਰਨ ਬਣਦਾ ਹੈ ਜੇ ਉਹ ਪ੍ਰਭੂ ਦੇ ਨਾਮ ਤੋਂ ਸਾਨੂੰ ਵਿਛੋੜਦਾ ਹੈ। तो इस करके जिथे जिस जीवन दे विच नाम नहीं है और सिर्फ खान पीन और पहनन का ही आहार है, तो वो सारे किए हुए काम आत्मक मौत का कारण बन जाते हैं। इस करके गुरु साहब उन्होंने जहर के नाल तुलना देते हैं कि विन नामे सब विस पैजै खाइए। जो कुछ भी खाधा या पहनिया जाता है वो मानो जहर के तुल होंदा है, वो आत्मक जीवन वास्ते जहर के बराबर ही हो जाता है। ਉਹਦੇ ਕਰਕੇ इंसान की आत्मक मौत होती है। तो इस सब कुछ तो बचन वास्ते ते ये जो असी खा पहन रहे हाँ वो जहरीला ना हो जावे, जन्म व्यर्थ ना जावे, तो करना की चाहिए है, सच्चा शब्द सलाह सच समाइए। सतगुर का सच्चा शब्द गाया उस प्रभु की सिफत सलाह दे विच जुड़िया जाता है, क्योंकि प्रभु के गुरु के शब्द दे विच प्रभु की वडियाइयां की ही गल की गई है। प्रभु गुरु के शब्द के अंदर केवल प्रभु के गुणों का ही विख्यान किया गया है। तो उन्होंने गुणों की विचार करके उन्होंने अपने मन च वसा के सच समाइए। सच का सच्चे नूं सियारी है, सच दे विच वो सदा कायम रहने वाले प्रभु दे विच ही समाया जा सकीदा है, उहदे नाल ही लीन हो जाईदा है। तो ये तरीका है सच्चा शब्द सलाह। सच्चे शब्द दे सच्चे दे शब्द दी राही उस प्रभु की सिफत सलाह दे विच जुड़ के उस सच दे विच प्रभु दे विच ही इकमिक हो जाईदा है, लीन हो जाईदा है। अगली पंक्ति फिर दोबारा तो इस विचार को दृढ़ करते हैं कि विन सतगुर सेवे ना ही सुख निवास फिर आई है। ये प्रभु की सिफत सलाह करने दे वास्ते सतगुर दे उपदेश की कमाई करनी ये सब तो ज्यादा जरूरी है, क्योंकि ऊपर भी यही गल आखी है, गुरमती आप गवाए। गुरु की मत द्वारा ही अपना आपा भाव हौमे नूं मिटाया जा सकता है। ते सच्चा शब्द सलाह सच समाई है। गुरु के शब्द की राही सिफत सलाह विच जुड़ के ही उस सच दे विच समाया जा सकता है। तो सतगुर की सेवा तो बिना, सतगुर की सेवा की है, सतगुर के उपदेश की कमाई करना, भाव सतगुर के उपदेश के अनुसार जीवन नूं चलाना, यही सतगुर की सेवा है। तो बिन सतगुर सेवे ना ही सुख निवास। सतगुर की दसी कार करन तो बिना, सतगुर के उपदेश की कमाई करन तो बिना मन का टिका सुख दे विच, सुख की अवस्था विच नहीं हो सकता। अडोलता की अवस्था नहीं प्राप्त हो सकती और इंसान फिर आन जान के गेड़ दे विच, जन्म मरण के गेड़ दे विच ही भटकदा रहिंदा है जे वो सतगुर के उपदेश की कमाई नहीं करता। तो इस पंक्ति का ही भाव है, बिन सतगुर सेवे ना ही सुख निवास फिर आई है। सतगुर के उपदेश की कमाई किए बिना मन का निवास सुख दे विच नहीं हो सकता, अडोलता की अवस्था नहीं प्राप्त हो सकती। इंसान फिर जन्म मरण के गेड़ दे विच ही पिया रहिंदा है। दुनिया खोटी रास कूड़ कमाई है। दुनिया का प्यार खोटी पूंजी है। इत्थे जिन्ने भी पदार्थ कोई इंसान इकट्ठे करता है वो सब इत्थे ही रह जाते हैं, उन्हां विचों कुछ भी नाल नहीं निभदा। वो कूड़ की कमाई है। क्योंकि कूड़ क्यों है? क्योंकि वो सच दे नाल
ਮਿਲਾਨ ਦੇ ਵਿੱਚ ਸਹਾਈ ਨਹੀਂ ਹੋ ਸਕਦਾ। ਸੱਚ ਦੇ ਨਾਲ ਜੁੜਨ ਦੇ ਵਿੱਚ ਉਹ ਸਹਾਇਤਾ ਨਹੀਂ ਕਰ ਸਕਦੇ। ਇਸ ਕਰਕੇ ਉਹਨਾਂ ਦਾ ਇਸਤੇਮਾਲ ਕਰਨ ਦਾ ਜੋ ਤਰੀਕਾ ਹੈ ਉਹ ਕੇਵਲ ਤੇ ਕੇਵਲ ਇਸ ਜੀਵਨ ਨਿਰਵਾਹ ਵਾਸਤੇ ਹੈ। ਪ੍ਰਭੂ ਦੇ ਮਿਲਾਪ ਵਾਸਤੇ ਉਹਨਾਂ ਦੇ ਉਹ ਸਹਾਈ ਨਹੀਂ ਹੋ ਸਕਦੇ। ਤੋ ਦੁਨਿਆਵੀ ਪਦਾਰਥ ਜਿਹੜੇ ਹਨ ਉਹ ਸਿਰਫ ਸਰੀਰ ਨੂੰ ਚੱਲਦਾ ਰੱਖਣ ਵਾਸਤੇ, ਕਾਇਮ ਰੱਖਣ ਵਾਸਤੇ ਹੀ ਲੋੜੀਂਦੇ ਹਨ। ਇਸ ਤੋਂ ਇਲਾਵਾ ਜਿੰਨੇ ਵੀ ਪਦਾਰਥ ਇਕੱਠੇ ਕੀਤੇ ਜਾਂਦੇ ਹਨ ਉਹ ਸਭ ਕੂੜ ਦੀ ਹੀ ਕਮਾਈ ਹੈ, ਜਿਹੜੇ ਕਿਸੇ ਕੰਮ ਨਹੀਂ ਆਉਂਦੀ। ਤੋ ਇਸ ਲਈ ਅੰਤਲੀ ਪੰਕਤੀ ਗੁਰੂ ਸਾਹਿਬ ਸਮਝਾਉਂਦੇ ਹਨ, ਨਾਨਕ ਸੱਚ ਖਰਾ ਸਾਲਾ ਪਤ ਸਿਉ ਜਾਈਏ। ਇਹ ਨਿਰੋਲ ਸਦਾ ਫਿਰ ਰਹਿਣ ਵਾਲੇ ਪ੍ਰਭੂ ਦੀ, ਖਰਾ ਤੋਂ ਭਾਵ ਹੈ ਨਿਰੋਲ, ਕੇਵਲ ਤੇ ਕੇਵਲ ਸੱਚੇ ਪ੍ਰਭੂ ਦੀ ਹੀ ਸਿਫਤ ਸਲਾਹ ਦੇ ਨਾਲ ਜੁੜਿਆ ਹੀ ਪਤ ਸਿਉ ਜਾਈਏ। ਇੱਜ਼ਤ ਦੇ ਨਾਲ ਉਹਦੀ ਦਰਗਾਹ ਦੇ ਵਿੱਚ ਜਾਈਦਾ ਹੈ। ਉਹਦੇ ਸਾਹਮਣੇ ਜਦੋਂ ਪੇਸ਼ ਹੁੰਦੇ ਹਾਂ ਤਾਂ ਇੱਜ਼ਤ ਮਾਨ ਤਾਂ ਹੀ ਮਿਲਦਾ ਹੈ ਜੇ ਇਸ ਜੀਵਨ ਦੇ ਵਿੱਚ ਉਹਦੀ ਸਿਫਤ ਸਲਾਹ ਦੇ ਵਿੱਚ ਜੁੜੇ ਰਹੀਏ, ਉਹਦੇ ਗੁਨਾਹ ਦਾ ਗਾਇਨ ਕਰਦੇ ਰਹੀਏ, ਉਹਦੇ ਗੁਨਾਹ ਨੂੰ ਜੀਵਨ ਵਿੱਚ ਅਪਣਾਉਂਦੇ ਰਹੀਏ। ਤੋ ਦੁਨਿਆਵੀ ਪਦਾਰਥਾਂ ਨੂੰ ਇਕੱਠੇ ਕਰਨ ਦੀ ਬਜਾਏ, ਜੋ ਕਿ ਖੋਟੀ ਰਾਸ ਹੈ, ਜੋ ਕੂੜ ਦੀ ਕਮਾਈ ਹੈ, ਉਹਦੀ ਬਜਾਏ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜਨਾ, ਪ੍ਰਭੂ ਦੇ ਗੁਨਾਹ ਦੇ ਨਾਲ ਸਾਂਝ ਪਾਣੀ ਹੀ ਜੀਵਨ ਦਾ ਮੁੱਖ ਮਕਸਦ ਹੈ, ਜਿਸ ਨੂੰ ਕਰਕੇ ਪ੍ਰਭੂ ਦੀ ਦਰਗਾਹ ਦੇ ਵਿੱਚ ਇੱਜ਼ਤ ਮਾਨ ਮਿਲਦਾ ਹੈ ਔਰ ਦੁਨੀਆ ਦੇ ਵਿੱਚ ਦੁਨੀਆ ਵੀ ਇੱਜ਼ਤ ਬਖਸ਼ਦੀ ਹੈ ਔਰ ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਇੱਜ਼ਤ ਮਾਨ ਮਿਲਦਾ ਹੈ। ਤੋ ਇਸ ਪੌੜੀ ਦੇ ਅੰਦਰ ਗੁਰੂ ਸਾਹਿਬ ਨੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨ ਔਰ ਜੀਵਨ ਦਾ ਜੋ ਮੁੱਖ ਮਕਸਦ ਹੈ ਸਿਫਤ ਸਲਾਹ ਦੇ ਨਾਲ ਜੁੜਨਾ, ਪ੍ਰਭੂ ਦੇ ਗੁਨਾਹ ਦੀ ਵਿਚਾਰ ਕਰਨੀ, ਇਹ ਸੁਨੇਹਾ ਦਿੱਤਾ ਹੈ। ਇਸ ਤੋਂ ਛੁੱਟ ਜੋ ਕੁਝ ਵੀ ਹੋਰ ਕੰਮ ਦੁਨਿਆਵੀ ਕੀਤੇ ਜਾਂਦੇ ਹਨ ਉਹ ਸਿਰਫ ਜੀਵਨ ਨਿਰਵਾਹ ਤੋਂ ਵੱਧ ਜਿਤਨਾ ਵੀ ਕੰਮ ਹੈ ਉਹ ਸਭ ਆਤਮਕ ਮੌਤ ਦਾ ਹੀ ਕਾਰਨ ਬਣਦਾ ਹੈ। ਦੂਜੀ ਕਾਰੈ ਲੱਗ ਜਨਮ ਗਵਾਈ ਹੈ, ਵਿਨ ਨਾਮੈ ਸਭ ਵਿਸ ਭੈਜੈ ਖਾਈਏ। ਇਹਦਾ ਭਾਵ ਇਹ ਨਹੀਂ ਹੈ ਵੀ ਕਿਰਤਕਾਰ ਕਰਨੀ ਨਹੀਂ ਹੈ, ਜੀਵਨ ਨਿਰਵਾਹ ਵਾਸਤੇ ਵੀ ਕਮਾਈ ਨਹੀਂ ਕਰਨੀ, ਪਰ ਧਿਆਨ ਇਹੀ ਰਹਿਣਾ ਚਾਹੀਦਾ ਹੈ ਕਿ ਜੋ ਕਿਰਤ ਕਰਦੇ ਹਾਂ ਉਹਦਾ ਮਕਸਦ ਹੈ ਜੀਵਨ ਦਾ ਨਿਰਵਾਹ ਕਰਨਾ, ਜੀਵਨ ਨੂੰ ਚਾਲੂ ਰੱਖਣਾ। ਜਿਹੜੇ ਬਹੁਤੇ ਸਵਾਦਾਂ ਔਰ ਚਸਕਿਆਂ ਦੇ ਵਾਸਤੇ ਵਧੇਰੇ ਧਨ ਪਦਾਰਥ ਇਕੱਠਾ ਕਰਕੇ, ਬਹੁਤ ਸੁੱਖ ਆਰਾਮ ਦੇ ਸਾਧਨ ਇਕੱਠੇ ਕਰਕੇ ਔਰ ਧਨ ਜੋੜ ਕੇ ਖੁਸ਼ੀ ਮਹਿਸੂਸ ਕਰਦੇ ਹਨ, ਉਸ ਸਭ ਦੇ ਵਾਸਤੇ ਗੁਰੂ ਸਾਹਿਬ ਨੇ ਇਹੀ ਲਫ਼ਜ਼ ਵਰਤਿਆ ਹੈ ਕਿ ਦੁਨੀਆ ਖੋਟੀ ਰਾਸ ਕੂੜ ਕਮਾਈ ਹੈ। ਉਹ ਕੂੜ ਦੀ ਕਮਾਈ ਹੈ, ਖੋਟੀ ਰਾਸ ਹੈ, ਜਿੰਨੇ ਅੱਗੇ ਕੰਮ ਨਹੀਂ ਆਣਾ। ਅੱਗੇ ਕੇਵਲ ਕੰਮ ਆਏਗੀ ਤੇ ਪ੍ਰਭੂ ਦੀ ਸਿਫਤ ਸਲਾਹ, ਉਹਦੇ ਗੁਨਾਹ ਦੀ ਵਿਚਾਰ, ਜਿਹਦੇ ਨਾਲ ਦਰਗਾਹ ਵਿੱਚ ਇੱਜ਼ਤ ਮਾਨ ਦੀ ਪ੍ਰਾਪਤੀ ਹੁੰਦੀ ਹੈ। तो इतना ही बचन प्रवान करने जी, यहाँ भुलां दी खिमा। वाहिगुरू जी का खालसा, वाहिगुरू जी की फतेह।